ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੈਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। DGCA ਨੇ ਗੋ ਫਸਟ ਨੂੰ ਦਿੱਤਾ ਆਦੇਸ਼, ਤੁਰੰਤ ਬੰਦ ਕਰੋ ਹਵਾਈ ਟਿਕਟ ਬੁਕਿੰਗ। ਪ੍ਰਵਾਸੀਆਂ ਨੂੰ ਕੀ ਬਗੈਰ ਕਿਸੇ ਸੁਣਵਾਈ ਤੋਂ ਡਿਪੋਰਟ ਕਰੇਗਾ ਅਮਰੀਕਾ? ਉਮਰ ਨੂੰ ਲੈ ਕੇ ਮਜ਼ਾਕ ਦੇ ਮੂਡ ਵਿੱਚ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ ਬਾਈਡਨ। ਕਿਹਾ, ਮੇਰਾ ਕੈਰੀਅਰ 280 ਸਾਲ ਦਾ ਏ। ਅਮਰੀਕਾ 'ਚ ਪੰਜਾਬੀ ਨੌਜਵਾਨ ਨਵਜੋਤ ਸਿੰਘ ਦੇ ਕਤਲ ਮਗਰੋਂ ਭਾਵਕ ਹੋਏ ਗੋਰੇ ਮੋਮਬੱਤੀਆਂ ਜਗਾ ਕੇ ਮਰਹੂਮ ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ। ਮਾਣਹਾਨੀ ਕੇਸ ਦੇ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗਵਾਇਆ ਆਖਰੀ ਮੌਕਾ। ਅਮਰੀਕਾ 'ਚ ਗੋਲੀਬਾਰੀ ਦੀ ਘਟਨਾ 'ਚ ਮਾਰੇ ਗਏ 9 ਲੋਕਾਂ 'ਚ ਭਾਰਤੀ ਮੂਲ ਦੀ ਇੰਜੀਨੀਅਰ ਵੀ ਸ਼ਾਮਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਸਿਵਲ ਐਵੀਏਸ਼ਨ ਸੈਕਟਰ ਦੇ ਰੈਗੂਲੇਟਰ DGCA ਨੇ ਗੋ ਫਸਟ ਨੂੰ ਸਿੱਧੇ ਜਾਂ ਅਸਿੱਧੇ ਤਰੀਕਿਆਂ ਦੇ ਨਾਲ ਹਵਾਈ ਟਿਕਟਾਂ ਦੀ ਬੁਕਿੰਗ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਨਾਲ ਹੀ DGCA ਨੇ ਸੁਰੱਖਿਅਤ, ਨਿਯਮਿਤ ਅਤੇ ਭਰੋਸੇਮੰਦ ਤਰੀਕੇ ਦੇ ਨਾਲ ਉਡਾਣ ਭਰਨ ਦੇ ਵਿੱਚ ਅਸਫਲ ਰਹਿਣ ਦੇ ਲਈ ਏਅਰਕ੍ਰਾਫਟ ਨਿਯਮ 1937 ਦੇ ਤਹਿਤ ਇੱਕ ਨੋਟਿਸ ਜਾਰੀ ਕੀਤਾ ਹੈ। DGCA ਨੇ ਗੋ ਫਸਟ ਨੂੰ 15 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਦੇ ਲਈ ਕਿਹਾ ਹੈ। ਗੋ ਫਸਟ ਨੂੰ ਇਹ ਨੋਟਿਸ ਮਿਲਣ ਤੋਂ 15 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਗੋ ਫਸਟ ਦੇ 에ਅਰ ਆਪਰੇਟਰਸ ਸਰਟੀਫਿਕੇਟ ਨੂੰ ਜਾਰੀ ਰੱਖਣ ਦਾ ਫੈਸਲਾ 에ਅਰਲਾਈਨ ਦੇ ਜਵਾਬ ਦੇ ਆਧਾਰ ਤੇ ਕੀਤਾ ਜਾਏਗਾ। ਅਜਿਹੀ ਸਥਿਤੀ ਦੇ ਵਿੱਚ DGCA ਨੇ ਗੋ ਫਸਟ ਨੂੰ ਅਗਲੇ ਆਦੇਸ਼ਾਂ ਤੱਕ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਹਵਾਈ ਟਿਕਟਾਂ ਦੀ ਬੁਕਿੰਗ ਬੰਦ ਕਰਨ ਦੇ ਲਈ ਕਿਹਾ ਹੈ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਗੋ ਫਸਟ ਏਅਰਵੇਜ਼ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਦਿਵਾਲੀਆ ਘੋਸ਼ਿਤ ਕਰਨ ਦੇ ਲਈ ਦਾਇਰ ਅਰਜ਼ੀ ਤੇ ਜਲਦੀ ਫੈਸਲਾ ਦੇਣ। ਏਅਰਲਾਈਨਸ ਨੇ NCLT ਨੂੰ ਕਿਹਾ ਕਿ ਜੇਕਰ ਜਲਦੀ ਫੈਸਲਾ ਨਾ ਦਿੱਤਾ ਗਿਆ ਤਾਂ ਏਅਰਕ੍ਰਾਫਟ ਲੀਜ਼ ਤੇ ਦੇਣ ਵਾਲੀਆਂ ਕੰਪਨੀਆਂ ਜਹਾਜ਼ ਵਾਪਸ ਲੈ ਲੈਣਗੀਆਂ। ਇਸ ਤੋਂ ਪਹਿਲਾਂ ਗੋ ਫਸਟ ਦੇ CEO ਨੇ ਕਿਹਾ ਕਿ ਜੇਕਰ NCLT ਨੇ ਲੀਜ਼ ਤੇ ਲਏ ਜਹਾਜ਼ ਨੂੰ ਵਾਪਸ ਲੈਣ ਤੇ ਪਾਬੰਦੀ ਲਗਾਈ ਹੈ ਤਾਂ ਏਅਰਲਾਈਨ 7 ਦਿਨਾਂ ਦੇ ਵਿੱਚ ਦੁਬਾਰਾ ਉਡਾਣਾ ਸ਼ੁਰੂ ਕਰ ਸਕਦੀਆਂ ਨੇ। ਟ੍ਰਿਬਿਊਨਲ ਨੇ ਗੋ ਫਸਟ ਨੂੰ ਦਿਵਾਲੀਆ ਘੋਸ਼ਿਤ ਕਰਨ ਦੇ ਅੰਤਰਿਮ ਆਦੇਸ਼ ਦੀ ਮੰਗ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦਾਖਲ ਹੋਏ ਪ੍ਰਵਾਸੀਆਂ ਨੂੰ ਹੁਣ ਬਗੈਰ ਕਿਸੇ ਅਦਾਲਤੀ ਸੁਣਵਾਈ ਤੋਂ ਡਿਪੋਰਟ ਕੀਤਾ ਜਾ ਸਕੇਗਾ। ਜੀ ਹਾਂ, ਡੋਨਲਡ ਟਰੰਪ ਵੱਲੋਂ ਲਾਗੂ ਟਾਈਟਲ 42 ਕਾਨੂੰਨ ਦੀ ਮਿਆਦ 11 ਮਈ ਨੂੰ ਖਤਮ ਹੋ ਰਹੀ ਹੈ ਅਤੇ ਮੈਕਸੀਕੋ ਨਾਲ ਲੱਗਦੀ ਸਰਹੱਦ ਰਾਹੀਂ ਰੋਜ਼ਾਨਾ 10,000 ਤੋਂ ਵੱਧ ਪ੍ਰਵਾਸੀਆਂ ਦੀ ਆਮਦ ਦੇ ਖਦਸ਼ੇ ਨੂੰ ਵੇਖਦਿਆਂ ਰਿਪਬਲਿਕਨ ਸੈਨੇਟ ਮੈਂਬਰ ਟੌਮ ਅਤੇ ਡੈਮੋਕ੍ਰੈਟਿਕ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਵਾਲੀ ਸੈਨੇਟ ਮੈਂਬਰ ਕ੍ਰਿਸਟਨ ਵੱਲੋਂ ਇੱਕ ਬਿੱਲ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 2024 ਦੇ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਹਿੱਸਾ ਲੈਣਗੇ। ਉਹ ਇਸ ਸਮੇਂ 80 ਸਾਲ ਦੇ ਨੇ। ਉਹ ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਨੇ। ਹਾਲਾਂਕਿ ਉਹਨਾਂ ਨੇ ਆਪਣੀ ਉਮਰ ਬਾਰੇ ਚਿੰਤਾਵਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹਨਾਂ ਦਾ 280 ਸਾਲ ਦਾ ਕੈਰੀਅਰ ਹੈ। ਮੈਨੂੰ ਪਰਵਾਹ ਨਹੀਂ ਹੈ ਕਿ ਪ੍ਰੈਸ ਕੀ ਕਹਿੰਦੀ ਹੈ। ਪਿਛਲੇ ਮਹੀਨੇ 에ਅਰ ਫੋਰਸ ਦੇ ਇੱਕ ਸਮਾਗਮ ਦੇ ਵਿੱਚ ਬਾਈਡਨ ਨੇ ਕਿਹਾ, ਰਾਸ਼ਟਰਪਤੀ ਡਵਾਈਟ ਨੇ 6 ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ 에ਅਰ ਫੋਰਸ ਅਕੈਡਮੀ ਦੀ ਪਹਿਲੀ ਜਮਾਤ ਨੂੰ ਸੰਬੋਧਨ ਕੀਤਾ ਸੀ, ਪਰ ਮੈਂ ਉੱਥੇ ਨਹੀਂ ਸੀ। ਮੈਨੂੰ ਪਰਵਾਹ ਨਹੀਂ ਕਿ ਪ੍ਰੈਸ ਕੀ ਕਹਿੰਦੀ ਹੈ। ਬਾਈਡਨ ਨੇ ਪਿਛਲੇ ਮਹੀਨੇ ਆਇਰਿਸ਼ ਸੰਸਦ ਨੂੰ ਦੱਸਿਆ ਕਿ ਉਹ ਭਵਿੱਖ ਬਾਰੇ ਕਦੇ ਵੀ ਜ਼ਿਆਦਾ ਆਸ਼ਾਵਾਦੀ ਨਹੀਂ ਸੀ। ਮੈਂ ਆਪਣੇ ਕੈਰੀਅਰ ਦੇ ਅੰਤ ਵਿੱਚ ਹਾਂ, ਸ਼ੁਰੂਆਤ ਵਿੱਚ ਨਹੀਂ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਨਾਲੋਂ ਵਧੇਰੇ ਤਜਰਬੇ ਨਾਲ ਨੌਕਰੀ ਤੇ ਆਇਆ ਹਾਂ। ਬਾਈਡਨ ਤੋਂ ਪਹਿਲਾਂ ਰੋਨਾਲਡ ਰੀਗਨ, ਜੋ ਕਿ 1984 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ 73 ਸਾਲਾਂ ਦੇ ਸਨ, ਨੇ ਵੀ ਆਪਣੀ ਉਮਰ ਬਾਰੇ ਸਵਾਲਾਂ ਤੋਂ ਪੱਲਾ ਝਾੜ ਲਿਆ ਸੀ। 56 ਸਾਲਾ ਡੈਮੋਕ੍ਰੇਟ ਵਾਲਟਰ ਦੇ ਖਿਲਾਫ ਬਹਿਸ ਵਿੱਚ ਰੀਗਨ ਨੇ ਉਮਰ ਨੂੰ ਮੁੱਦਾ ਨਾ ਬਣਾਉਣ ਦੀ ਸਹੁੰ ਖਾਧੀ। ਮਾਈਕਲ ਲਾਰੋਸਾ, ਫਸਟ ਲੇਡੀ ਜਿਲ ਬਾਈਡਨ ਦੀ ਸਾਬਕਾ ਪ੍ਰੈਸ ਸਕੱਤਰ, ਜਿਸਨੇ ਬਾਈਡਨ ਦੀ 2020 ਦੀ ਮੁੜ ਚੋਣ ਮੁਹਿੰਮ ਤੇ ਵੀ ਕੰਮ ਕੀਤਾ ਹੈ, ਨੇ ਕਿਹਾ ਕਿ ਬਾਈਡਨ ਬਿਲਕੁਲ ਉਹੀ ਕਰ ਰਹੇ ਨੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ। ਉਹ ਇਸ ਗਲੇ ਨੂੰ ਲਗਾ ਰਹੇ ਨੇ ਅਤੇ ਨਾਲ ਦੇ ਨਾਲ ਮਸਤੀ ਕਰ ਰਹੇ ਨੇ। ਉਹ ਬਿਲਕੁਲ ਉਹੀ ਕਰ ਰਹੇ ਨੇ ਜੋ ਰੋਨਾਲਡ ਰੀਗਨ ਨੇ ਕੀਤਾ ਸੀ। ਬਾਈਡਨ ਦੇ ਨਿੱਜੀ ਡਾਕਟਰ ਨੇ ਫੈਬਰੂਅਰੀ ਦੇ ਵਿੱਚ ਕਿਹਾ ਸੀਗਾ ਕਿ ਬਾਈਡਨ ਰਾਸ਼ਟਰਪਤੀ ਦੇ ਫਰਜ਼ਾਂ ਨੂੰ ਸਫਲਤਾਪੂਰਵਕ ਨਿਭਾਉਣ ਦੇ ਲਈ ਫਿੱਟ ਸਨ, ਪਰ ਜਨਤਾ ਅਜੇ ਵੀ ਬਾਈਡਨ ਦੀ ਆਪਣੀ ਨੌਕਰੀ ਕਰਨ ਦੀ ਯੋਗਤਾ ਬਾਰੇ ਸੁਚੇਤ ਸੀ।
ਪਿਛਲੇ ਸਾਲ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ 57% ਵੋਟਰਾਂ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਬਾਈਡਨ ਵਿੱਚ ਰਾਸ਼ਟਰਪਤੀ ਵਜੋਂ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੇਵਾ ਕਰਨ ਦੀ ਮਾਨਸਿਕ ਸਮਰੱਥਾ ਹੈ, ਜਦੋਂ ਕਿ 41% ਨੇ ਕਿਹਾ ਕਿ ਬਾਈਡਨ ਫਿੱਟ ਸਨ। ਬੀਤੇ ਦਿਨੀ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਜਲਾਲ ਪੁਲਾਣਾ ਦੇ ਇੱਕ ਨੌਜਵਾਨ ਨੂੰ ਚੜ੍ਹਦੀ ਉਮਰੇ ਅਮਰੀਕਾ 'ਚ ਕਤਲ ਹੋ ਜਾਣ ਤੋਂ ਬਾਅਦ ਮੰਦਭਾਗਾ ਸਮਾਚਾਰ ਮਿਲਿਆ ਸੀ। ਜਾਣਕਾਰੀ ਦੇ ਅਨੁਸਾਰ ਗੈਸ ਸਟੇਸ਼ਨ ਤੇ ਸਟੋਰ ਤੇ ਕੰਮ ਕਰਦੇ ਸਮੇਂ ਲੁਟੇਰਿਆਂ ਦੇ ਵੱਲੋਂ ਨਵਜੋਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਦੀਆਂ ਖੌਫਨਾਕ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ। ਪੰਜਾਬੀ ਨੌਜਵਾਨ ਦੇ ਕਤਲ ਮਗਰੋਂ ਵਾਸ਼ਿੰਗਟਨ ਸਟੇਟ ਦੀ ਵੈਨਕੂਵਰ ਸਿਟੀ 'ਚ ਉਸੇ ਗੈਸ ਸਟੇਸ਼ਨ ਤੇ ਜਿੱਥੇ ਨਵਜੋਤ ਕੰਮ ਕਰਦੇ ਸਨ ਉੱਥੇ ਪਹੁੰਚੇ ਅਮਰੀਕੀ ਗੋਰਿਆਂ ਵੱਲੋਂ ਨਵਜੋਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੋਰਿਆਂ ਨੇ ਸਟੋਰ ਬਾਹਰ ਫੁੱਲਾਂ ਦੇ ਗੁਲਦਸਤੇ ਰੱਖੇ ਤੇ ਮੋਮਬੱਤੀਆਂ ਜਗਾ ਕੇ ਨਮ ਅੱਖਾਂ ਦੇ ਨਾਲ ਨਵਜੋਤ ਨੂੰ ਯਾਦ ਕੀਤਾ। ਤੁਹਾਨੂੰ ਦੱਸ ਦਈਏ ਕਿ ਪਿੰਡ ਜਲਾਲ ਪੁਲਾਣਾ ਦਾ 30 ਸਾਲਾ ਨਵਜੋਤ ਸਿੰਘ 1 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਲੇਖਿਕਾ ਦੇ ਨਾਲ ਜਬਰ ਜਨਾਹ ਦੇ ਮਾਮਲੇ 'ਚ ਮਾਨਹਾਨੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਨੇ। ਇਸ ਮਾਮਲੇ ਦੇ ਵਿੱਚ ਬੀਤੇ ਦਿਨ ਉਹਨਾਂ ਦੇ ਕੋਲ ਆਪਣੀ ਗਵਾਹੀ ਦਰਜ ਕਰਵਾਉਣ ਦਾ ਆਖਰੀ ਮੌਕਾ ਸੀ, ਜੋ ਉਹਨਾਂ ਨੇ ਗਵਾ ਦਿੱਤਾ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਆਪਣੀ ਗਵਾਹੀ ਦਰਜ ਨਹੀਂ ਕਰਵਾਈ। ਲੇਖਿਕਾ ਜੀਨ ਕੈਰੋਲ ਨੇ ਸਾਬਕਾ ਰਾਸ਼ਟਰਪਤੀ ਵਿਰੁੱਧ ਜਬਰ ਜਨਾਹ ਦੇ ਦੋਸ਼ ਲਗਾਉਂਦਿਆਂ ਮਾਨਹਾਨੀ ਦਾ ਮੁਕੱਦਮਾ ਕਰ ਦਿੱਤਾ ਸੀ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸ਼ਾਪਿੰਗ ਮਾਲ ਵਿੱਚ ਬੀਤੇ ਦਿਨ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਗੋਲੀਬਾਰੀ ਦੇ ਵਿੱਚ ਭਾਰਤੀ ਮੂਲ ਦੀ 22 ਸਾਲਾ ਔਰਤ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਭਾਰਤੀ ਮੂਲ ਦੀ ਐਸ਼ਵਰਿਆ ਸਮੇਤ 9 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਗੋਲੀਬਾਰੀ ਦੇ ਵਿੱਚ ਬੱਚੇ ਵੀ ਜ਼ਖਮੀ ਹੋਏ ਨੇ। ਪੁਲਿਸ ਵੀ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਸ਼ੂਟਰ ਨੂੰ ਉਸਨੇ ਮਾਰ ਦਿੱਤਾ ਸੀ। ਇੱਥੇ ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਹੈਦਰਾਬਾਦ ਦੀ ਰਹਿਣ ਵਾਲੀ 27 ਸਾਲਾ ਤੇਲਗੂ ਔਰਤ ਐਸ਼ਵਰਿਆ ਤਾਤੀਕੋਂਡਾ ਦੇ ਤੌਰ ਤੇ ਵੀ ਹੋਈ ਹੈ। ਐਸ਼ਵਰਿਆ ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਦੇ ਜੱਜ ਤਾਤੀਕੋਂਡਾ ਨਰਸੀ ਰੈਡੀ ਦੀ ਧੀ ਹੈ। ਦੱਸਿਆ ਜਾ ਰਿਹਾ ਕਿ ਐਸ਼ਵਰਿਆ ਅਮਰੀਕਾ 'ਚ ਇੱਕ ਕੰਪਨੀ 'ਚ ਪ੍ਰੋਜੈਕਟ ਮੈਨੇਜਰ ਦੇ ਤੌਰ ਤੇ ਕੰਮ ਕਰ ਰਹੀ ਸੀ। ਐਸ਼ਵਰਿਆ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਲੀਬਾਰੀ ਦੀ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਐਲਨ ਪ੍ਰੀਮੀਅਮ ਆਊਟਲੈਟਸ ਤੇ ਵਾਪਰੀ। ਇਸ ਥਾਨ ਡਲਾਸ ਦੇ ਉੱਤਰ ਦੇ ਵਿੱਚ 25 ਮੀਲ ਹੈ। ਇਸ ਵਿੱਚ 120 ਤੋਂ ਵੱਧ ਸਟੋਰ ਨੇ। ਪੁਲਿਸ ਨੇ ਕਿਹਾ ਕਿ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਜਾਪਦਾ ਹੈ ਕਿ ਉਸਨੇ ਇਕੱਲੇ ਹੀ ਗੋਲੀਬਾਰੀ ਕੀਤੀ। ਹਮਲਾਵਰ ਦੀ ਪਛਾਣ ਉਜਾਗਰ ਹੋ ਗਈ ਹੈ। ਮੌਰੀਸੀਓ ਗਾਰਸੀਆ ਨਾਂ ਦਾ 33 ਸਾਲਾ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਡਲਾਸ ਦੇ ਇੱਕ ਹਸਪੀਟਲ ਦਾ ਕਹਿਣਾ ਹੈ ਕਿ ਹਮਲੇ ਵਿੱਚ ਜ਼ਖਮੀ ਹੋਏ 5 ਸਾਲਾ ਲੜਕੇ ਦਾ ਇਲਾਜ ਕੀਤਾ ਜਾ ਰਿਹਾ। ਗੋਲੀਬਾਰੀ 'ਚ ਜ਼ਖਮੀ ਹੋਏ 7 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਯੂਐਸ ਜਨਗਣਨਾ ਬਿਊਰੋ ਦੇ ਅਨੁਸਾਰ ਟੈਕਸਾਸ ਵਿੱਚ 2020 ਤੱਕ ਅਮਰੀਕਾ 'ਚ ਦੂਜੀ ਸਭ ਤੋਂ ਵੱਡੀ ਭਾਰਤੀ ਅਮਰੀਕੀ ਆਬਾਦੀ ਹੈ। 2010 ਦੇ ਵਿੱਚ ਟੈਕਸਾਸ ਵਿੱਚ 2,30,842 ਭਾਰਤੀ ਅਮਰੀਕੀ ਸਨ, ਜੋ ਆਬਾਦੀ ਦਾ 0.9% ਬਣਦੇ ਨੇ। ਓਪਨ ਡੋਰ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਲਗਭਗ ਅੱਧੇ ਭਾਰਤੀ ਵਿਦਿਆਰਥੀ ਨਿਊਯਾਰਕ, ਕੈਲੀਫੋਰਨੀਆ, ਟੈਕਸਾਸ, ਇਲੀਨੋਇਸ, ਮੈਸਾਚੂਸੇਟਸ ਅਤੇ ਐਰੀਜ਼ੋਨਾ ਸਮੇਤ 6 ਅਮਰੀਕੀ ਰਾਜਾਂ 'ਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ। ਟੈਕਸਾਸ ਦੇ ਵਿੱਚ 2021 'ਚ 19,382 ਭਾਰਤੀ ਵਿਦਿਆਰਥੀ ਸਨ। ਅਮਰੀਕਾ ਦੇ ਲਾਸ ਵੇਗਾਸ ਦੇ ਇੱਕ ਮਿਡਲ ਸਕੂਲ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਗੋਲੀ ਲੱਗਣ ਕਾਰਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਸਕੂਲ ਨੂੰ ਹੁਣ ਕੋਈ ਖਤਰਾ ਨਹੀਂ ਹੈ। ਦੱਸ ਦਈਏ ਕਿ ਅਜੇ ਤੱਕ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਕੈਪਟਨ ਨੋਇਲ ਨੇ ਐਡਵੌਨ ਟੋਬਲ ਮਿਡਲ ਸਕੂਲ ਦੇ ਬਾਹਰ ਇੱਕ ਬਰੀਫਿੰਗ ਦੇ ਦੌਰਾਨ ਕਿਹਾ ਕਿ ਹਮਲਾਵਰ ਕੋਈ ਸਰਗਰਮ ਸ਼ੂਟਰ ਨਹੀਂ ਸੀ। ਪੁਲਿਸ ਦੇ ਮੁਤਾਬਕ ਸਕੂਲ ਵਿੱਚ ਗੋਲੀਬਾਰੀ 8 ਮਈ ਨੂੰ ਦੁਪਹਿਰ 12:40 ਤੋਂ ਠੀਕ ਪਹਿਲਾਂ ਹੋਈ ਸੀ ਅਤੇ ਇਸ ਘਟਨਾ ਦੇ ਵਿੱਚ ਕੋਈ ਵਿਦਿਆਰਥੀ ਜ਼ਖਮੀ ਨਹੀਂ ਹੋਇਆ ਸੀ। ਗੋਲੀਬਾਰੀ ਤੋਂ ਤੁਰੰਤ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੂੰ ਇੱਕ ਪੱਤਰ ਭੇਜਿਆ ਗਿਆ, ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਕਲਾਸਰੂਮ ਦੇ ਵਿੱਚ ਸੁਰੱਖਿਅਤ ਨੇ। ਹਾਲਾਂਕਿ ਕੈਂਪਸ ਦੇ ਬਾਹਰ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ। ਇਹ ਮਿਡਲ ਸਕੂਲ ਲਾਸ ਵੇਗਾਸ ਪੱਟੀ ਦੇ ਉੱਤਰ ਪੂਰਬ ਦੇ ਵੱਲ ਲਗਭਗ 15 ਮਿੰਟ ਦੀ ਡਰਾਈਵ ਤੇ ਸਥਿਤ ਹੈ। ਪੁਲਿਸ ਦੇ ਵੱਲੋਂ ਸਕੂਲ ਨੂੰ ਖਾਲੀ ਕਰਵਾਉਣ ਤੋਂ ਬਾਅਦ ਕੈਂਪਸ ਨੂੰ 1 ਘੰਟੇ ਦੇ ਲਈ ਬੰਦ ਕਰ ਦਿੱਤਾ ਗਿਆ। ਗੋਲੀਬਾਰੀ 'ਚ ਗੋਲੀ ਲੱਗਣ ਵਾਲੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਇਸ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਨੇ ਕਿ ਗੋਲੀ ਮਾਰਨ ਵਾਲਾ ਵਿਅਕਤੀ ਸਕੂਲ ਦਾ ਕਰਮਚਾਰੀ ਸੀ ਜਾਂ ਨਹੀਂ, ਪਰ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਕਲੌਕ ਕਾਉਂਟੀ ਸਕੂਲ ਦੇ ਜ਼ਿਲ੍ਹਾ ਸੁਪਰਡੈਂਟ ਜੀਸਸ ਨੇ ਕਿਹਾ, ਸਿਹਤਯਾਬੀ ਦੇ ਲਈ ਪ੍ਰਾਰਥਨਾ ਕਰ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਫਲਾਈਟ ਦੇ ਨਾਲ ਜੁੜੀਆਂ ਕਈ ਅਜੀਬ ਖਬਰਾਂ ਸਾਹਮਣੇ ਆ ਰਹੀਆਂ ਨੇ। ਖਾਸ ਕਰਕੇ ਅਮਰੀਕਨ 에ਅਰਲਾਈਨਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਦੇ ਦਿਨਾਂ ਦੇ ਵਿੱਚ ਅਮਰੀਕਨ 에ਅਰਲਾਈਨਸ ਦੇ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ। ਹੁਣ ਇੱਕ ਵਾਰ ਫਿਰ ਅਜਿਹਾ ਹੀ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਦਰਅਸਲ ਨਿਊ ਜਰਸੀ ਤੋਂ ਅਟਲਾਂਟਾ ਜਾ ਰਹੀ ਫਰੰਟੀਅਰ 에ਅਰਲਾਈਨਸ ਦੀ ਫਲਾਈਟ ਵਿੱਚ ਇੱਕ ਔਰਤ ਨੂੰ ਵੋਟ ਕਰਕੇ ਫਲਾਈਟ ਤੋਂ ਥੱਲੇ ਉਤਾਰਿਆ ਗਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਵੀਡੀਓ 'ਚ ਨਜ਼ਰ ਆ ਰਹੀ ਮਹਿਲਾ ਅਤੇ ਦੂਜੀ ਯਾਤਰੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ, ਜਿਸ ਤੋਂ ਬਾਅਦ ਫਲਾਈਟ ਦੇ ਵਿੱਚ ਸਵਾਰ ਯਾਤਰੀਆਂ ਨੇ ਮਾਮਲੇ 'ਚ ਦਖਲ ਦਿੱਤਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਜਹਾਜ਼ ਵਿੱਚ ਸੀਟ ਨੂੰ ਲੈ ਕੇ ਮਹਿਲਾ ਅਤੇ ਦੂਜੇ ਯਾਤਰੀ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਮਾਮਲਾ ਵੱਧਦਾ ਗਿਆ। ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਫਲਾਈਟ ਸਟਾਫ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਔਰਤ ਨੂੰ ਫਲਾਈਟ ਤੋਂ ਉਤਾਰਿਆ ਜਾਏ ਤਾਂ ਕਿਰਪਾ ਕਰਕੇ ਆਪਣਾ ਹੱਥ ਚੁੱਕੋ। ਮੈਂ ਮਜ਼ਾਕ ਨਹੀਂ ਕਰ ਰਿਹਾ। ਇਸ ਤੇ ਜਹਾਜ਼ ਵਿੱਚ ਸਵਾਰ ਕਰੀਬ 40 ਹੱਥ ਉੱਪਰ ਕਰ ਦਿੱਤੇ ਗਏ। ਸਿਰਫ ਇੱਕ ਵਿਅਕਤੀ ਨੇ ਔਰਤ ਦੇ ਹੱਕ ਵਿੱਚ ਹੱਥ ਚੁੱਕਿਆ। ਵੀਡੀਓ ਦੇ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਨੇ, ਪਰ ਇਸ ਆਦਮੀ ਨੇ ਇਕੱਲੇ ਹੀ ਪੂਰੀ ਫਲਾਈਟ ਵਿੱਚ ਔਰਤ ਦਾ ਸਾਥ ਦਿੱਤਾ, ਜਿਵੇਂ ਕਿ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ। ਅਮਰੀਕੀ ਸੂਬੇ ਵਰਜੀਨੀਆ ਵਿੱਚ ਇੱਕ 33 ਸਾਲਾ ਭਾਰਤੀ ਅਮਰੀਕੀ ਵਿਅਕਤੀ ਤੇ ਇਸਲਾਮਿਕ ਸਟੇਟ ਦੀਆਂ ਔਰਤਾਂ ਨੂੰ ਸੀਰੀਆ ਦੇ ਸ਼ਰਨਾਰਥੀ ਕੈਂਪ ਤੋਂ ਬਾਹਰ ਕੱਢਣ ਦੇ ਲਈ ਹਜ਼ਾਰਾਂ ਡਾਲਰ ਦੇਣ ਦਾ ਦੋਸ਼ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਥਾਨਕ ਮੀਡੀਆ ਦੇ ਵਿੱਚ ਨਸ਼ਰ ਖਬਰਾਂ 'ਚ ਕਿਹਾ ਗਿਆ ਹੈ ਕਿ ਮੁਹੰਮਦ ਅਜ਼ਹਰੁਦੀਨ ਸ਼ੀਪਾ ਨੇ ਸੀਰੀਆ 'ਚ ਅਲ ਹੋਲ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੀਆਂ IS ਔਰਤਾਂ ਲਈ ਫੰਡ ਜਟਾਉਣ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਅਤੇ ਹਿੰਸਕ ਕਾਰਵਾਈਆਂ 'ਚ ਸ਼ਾਮਲ ਹੋ ਕੇ ਜਿਹਾਦ ਲਈ ਆਨਲਾਈਨ ਸਮਰਥਨ ਦਿੱਤਾ। FBI ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਖਬਾਰ ਨੇ ਲਿਖਿਆ ਕਿ 2019 'ਚ ਅਜ਼ਹਰੁਦੀਨ ਨੇ ਸੀਰੀਆ ਦੇ ਅਲ ਹੋਲ ਸ਼ਰਨਾਰਥੀ ਕੈਂਪ ਲਈ ਭੈਣਾਂ ਲਈ ਫੰਡ ਇਕੱਠਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕੀਤੀ। ਸੀਰੀਆ ਨੂੰ ISIS ਵਿਚਾਰਧਾਰਾ ਦਾ ਗੜ੍ਹ ਮੰਨਿਆ ਜਾਂਦਾ ਹੈ। FBI ਨੇ ਦਾਅਵਾ ਕੀਤਾ ਕਿ ਇਹ ਪੈਸਾ ਪਨਾਹ ਲਈ ਸੀ। FBI ਨੇ ਕਿਹਾ ਕਿ 2019 'ਚ ਅਜ਼ਹਰੁਦੀਨ ਨੇ ਘਰ ਦੀ ਤਲਾਸ਼ੀ ਦੇ ਦੌਰਾਨ ਕੱਟੜਪੰਥੀ ਵਿਚਾਰਧਾਰਾ, ਜਿਹਾਦ, ISIS ਅਤੇ ਹਿੰਸਕ ਪ੍ਰਚਾਰ ਬਾਰੇ ਵੱਖ-ਵੱਖ ਡਿਵਾਈਸਾਂ ਤੇ ਹਜ਼ਾਰਾਂ ਵੀਡੀਓ, ਤਸਵੀਰਾਂ, ਲੇਖ, ਕਿਤਾਬਾਂ, ਨੋਟਿਸ ਅਤੇ ਖੋਜ ਇਤਿਹਾਸ ਮਿਲੇ ਨੇ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜੇਲ੍ਹ ਵਿੱਚ ਬੰਦ ਅਜ਼ਹਰੁਦੀਨ ਨੂੰ ਦੋਸ਼ੀ ਸਾਬਤ ਹੋਣ ਤੋਂ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। FBI ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਰਨਾਰਥੀ ਕੈਂਪਾਂ 'ਚ ਬੰਦ ਬਹੁਤ ਸਾਰੀਆਂ ਔਰਤਾਂ IS ਲੜਾਕਿਆਂ ਨਾਲ ਵਿਆਹੀਆਂ ਗਈਆਂ ਨੇ, ਜੋ ਜਾਂ ਤਾਂ ਮਾਰੇ ਗਏ ਸਨ ਜਾਂ ਅਮਰੀਕੀ ਸਮਰੱਥ ਬਲਾਂ ਵਿਰੁੱਧ ਸੀਰੀਆ ਦੇ ਖੇਤਰ ਨੂੰ ਕੰਟਰੋਲ ਕਰਨ ਦੇ ਲਈ ਲੜਦੇ ਹੋਏ ਫੜੇ ਗਏ ਸਨ। ਐਲਨ ਮਸਕ ਦੀ ਤਰਫੋਂ ਕਿਹਾ ਗਿਆ ਸੀਗਾ ਕਿ ਟਵਿੱਟਰ ਉਹਨਾਂ ਸਾਰੇ ਖਾਤਿਆਂ ਨੂੰ ਬੰਦ ਕਰ ਦੇਗਾ ਜੋ ਲੰਬੇ ਸਮੇਂ ਤੋਂ ਵਰਤੋਂ ਨਹੀਂ ਕਰ ਰਹੇ ਨੇ। ਇਸ ਕਾਰਨ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਸ ਦੀ ਕੁੱਲ ਗਿਣਤੀ 'ਚ ਕਮੀ ਆ ਸਕਦੀ ਹੈ। ਇਸ ਬਾਰੇ ਮਸਕ ਨੇ ਟਵੀਟ ਕੀਤਾ ਕਿ ਅਸੀਂ ਉਹਨਾਂ ਖਾਤਿਆਂ ਨੂੰ ਬੰਦ ਕਰ ਰਹੇ ਹਾਂ ਜਿਨ੍ਹਾਂ ਤੇ ਕਈ ਗਤੀਵਿਧੀਆਂ ਕਈ ਸਾਲਾਂ ਤੋਂ ਨਹੀਂ ਦੇਖੀਆਂ ਗਈਆਂ। ਇਸ ਕਾਰਨ ਤੁਹਾਡੇ ਫਾਲੋਅਰਸ ਦੀ ਗਿਣਤੀ 'ਚ ਕਮੀ ਆ ਸਕਦੀ ਹੈ। ਜੀ ਹਾਂ, ਮਸਕ ਦੇ ਇਸ ਫੈਸਲੇ ਨੂੰ ਟਵਿੱਟਰ ਦੇ ਬਿਜ਼ਨਸ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਨਐਕਟਿਵ ਅਕਾਊਂਟਸ ਦੇ ਬੰਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਟਿਵ ਯੂਜ਼ਰਸ ਦੀ ਗਿਣਤੀ ਦੂਜੇ ਪਲੇਟਫਾਰਮਸ ਦੇ ਮੁਕਾਬਲੇ ਫੀਸਦੀ ਤੋਂ ਜ਼ਿਆਦਾ ਹੋ ਜਾਏਗੀ ਅਤੇ ਇਹ ਟਵਿੱਟਰ ਦੇ ਕਾਰੋਬਾਰ ਦੇ ਲਈ ਚੰਗਾ ਹੈ। ਟਵਿੱਟਰ ਛੋਟੀਆਂ ਕੰਪਨੀਆਂ ਲਈ ਸਸਤੀ ਵੈਰੀਫਿਕੇਸ਼ਨ ਯੋਜਨਾ ਤੇ ਕੰਮ ਕਰ ਰਿਹਾ ਹੈ। ਵਰਤਮਾਨ ਦੇ ਵਿੱਚ ਲਗਭਗ ਕਿਹੜੀਆਂ ਕੰਪਨੀਆਂ ਨੇ ਉਹ $1000 ਦਾ ਭੁਗਤਾਨ ਕਰਕੇ ਤਸਦੀਕ ਕਰਵਾ ਸਕਦੀਆਂ ਨੇ। ਜ਼ਿਕਰਯੋਗ ਹੈ ਕਿ ਫਿਲਹਾਲ ਵੈਰੀਫਿਕੇਸ਼ਨ ਦੇ ਲਈ ਕੰਪਨੀ ਨੂੰ ਹਰ ਮਹੀਨੇ $1000 ਖਰਚਣੇ ਪੈਂਦੇ ਨੇ ਔਰ ਇਸ ਦੇ ਬਜਾਏ ਕੰਪਨੀਆਂ ਨੂੰ ਟਵਿੱਟਰ ਤੇ 골ਡਨ ਟਿਕ ਮਾਰਕ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਕੰਪਨੀ ਨਾਲ ਜੁੜਿਆ ਕੋਈ ਵੀ ਵਿਅਕਤੀ $50 ਪ੍ਰਤੀ ਮਹੀਨਾ ਦੇ ਕੇ 골ਡਨ ਟਿਕ ਮਾਰਕ ਲੈ ਸਕਦਾ ਹੈ। ਬਲੂ ਟਿਕ ਸਿਸਟਮ ਨੂੰ ਟਵਿੱਟਰ ਦੇ ਦੁਆਰਾ 2009 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਮਸ਼ਹੂਰ ਹਸਤੀਆਂ, ਨੇਤਾਵਾਂ, ਪੱਤਰਕਾਰਾਂ ਅਤੇ ਕੰਪਨੀਆਂ ਨੂੰ ਮੁਫਤ ਦਿੱਤਾ ਜਾਂਦਾ ਸੀ ਤਾਂ ਜੋ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਸਕੇ। ਪਰ ਅਕਤੂਬਰ 2022 ਵਿੱਚ ਮਸਕ ਦੁਆਰਾ ਟਵਿੱਟਰ ਹਾਸਲ ਕਰਨ ਤੋਂ ਬਾਅਦ ਬਲੂ ਟਿਕ ਦਾ ਭੁਗਤਾਨ ਕੀਤਾ ਗਿਆ। ਜੈਕ ਸੁਲੀਵਾਨ ਨੇ ਸਾਊਦੀ ਅਰਬ ਦੇ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਦੁਬੱਲੇ ਸੁਰੱਖਿਆ ਮੁੱਦਿਆਂ ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਜੈਕ ਸੁਲੀਵਾਨ ਨੇ ਸਾਊਦੀ ਦੇ ਯੁਵਰਾਜ ਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਨਾਲ ਵੀ ਮੁਲਾਕਾਤ ਕੀਤੀ, ਜਿਸ ਦੌਰਾਨ ਉਹਨਾਂ ਨੇ ਦੁਬੱਲੇ ਖੇਤਰੀ ਮੁੱਦਿਆਂ ਤੇ ਭਾਰਤ ਦੇ ਦੁਨੀਆ ਦੇ ਮੁੱਦਿਆਂ ਤੇ ਚਰਚਾ ਕੀਤੀ। ਇਹ ਬੈਠਕ ਐਤਵਾਰ ਨੂੰ ਜਦਾਹ 'ਚ ਹੋਈ। ਬੈਠਕ ਦਾ ਵੇਰਵਾ ਦਿੰਦੇ ਹੋਏ ਵਾਈਟ ਹਾਊਸ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਸਾਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਸ਼ੇਖ ਤਹਿਨੂਨ ਬਿਨ ਜਾਇਦ ਅਲ ਨਹयान ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਅਮਰੀਕਾ ਵਿੱਚ ਡੋਮੈਸਟਿਕ ਟਰੈਵਲਿੰਗ ਦੇ ਦੌਰਾਨ ਇੱਕ ਮਹਿਲਾ ਨਾਲ ਅਜੀਬ ਘਟਨਾ ਵਾਪਰੀ। ਮਹਿਲਾ ਇੱਕ ਏਅਰਲਾਈਨ ਕੰਪਨੀ ਦੀ ਗਲਤੀ ਦੀ ਵਜ੍ਹਾ ਦੇ ਨਾਲ ਡੋਮੈਸਟਿਕ ਯਾਤਰਾ ਦੇ ਵਿੱਚ ਵਿਦੇਸ਼ ਪਹੁੰਚ ਗਈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਮਹਿਲਾ 에ਅਰਪੋਰਟ ਤੇ ਉਤਰੀ ਤਾਂ ਉਸ ਕੋਲ ਨਾ ਪਾਸਪੋਰਟ ਸੀ ਤੇ ਨਾ ਹੀ ਵੀਜ਼ਾ ਸੀ। ਐਲਿਸ ਹੈਡਵਰਡ ਨਾਂ ਦੀ ਮਹਿਲਾ ਨੇ ਅਮਰੀਕੀ ਏਅਰਲਾਈਨ ਕੰਪਨੀ ਫਰੰਟੀਅਰ ਤੋਂ ਉਡਾਣ ਭਰੀ ਸੀ। ਉਸਨੇ ਨਿਊ ਜਰਸੀ ਤੋਂ ਫਲੋਰੀਡਾ ਦੇ ਲਈ ਟਿਕਟ ਲਿਆ ਸੀ, ਪਰ ਗੜਬੜੀ ਕਾਰਨ ਉਹ ਦੂਜੀ ਫਲਾਈਟ ਵਿੱਚ ਬੈਠ ਗਈ ਤੇ ਕੈਰੀਬੀਅਨ ਕੰਟਰੀਜ਼ ਦਾ ਮੈਕਾ ਪਹੁੰਚ ਗਈ। ਐਲਿਸ ਨੂੰ ਜਾਣਾ ਸੀ ਫਲੋਰੀਡਾ, ਪਰ ਚੈੱਕ ਇਨ ਦੌਰਾਨ ਏਅਰਲਾਈਨ ਮੁਲਾਜ਼ਮਾਂ ਨੇ ਧਿਆਨ ਨਹੀਂ ਦਿੱਤਾ ਤੇ ਮਹਿਲਾ ਇੰਟਰਨੈਸ਼ਨਲ ਫਲਾਈਟ ਵਿੱਚ ਬੈਠ ਗਈ। ਜਦੋਂ ਉਹ ਇੱਥੇ 에ਅਰਪੋਰਟ ਤੇ ਉਤਰੀ ਤਾਂ ਉਹਨਾਂ ਨੂੰ ਭਣਕ ਵੀ ਨਹੀਂ ਲੱਗੀ ਕਿ ਉਹ ਵਿਦੇਸ਼ ਪਹੁੰਚ ਗਈ ਹੈ। ਜਦੋਂ ਸਿਕਿਉਰਿਟੀ ਜਾਂਚ ਹੋਈ ਤਾਂ ਉਸ ਦੇ ਨਾਲ ਉੱਥੋਂ ਦੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ। ਐਲਿਸ ਨੇ ਕਿਹਾ ਕਿ ਉਹ ਅਕਸਰ ਫਲਾਈਟ ਵਿੱਚ ਸਫ਼ਰ ਕਰਦੀ ਰਹਿੰਦੀ ਹੈ। ਉਸ ਦਿਨ ਵੀ ਫਲਾਈਟ ਵਿੱਚ ਬੈਠਣ ਲਈ ਗੇਟ ਤੇ ਪਹੁੰਚੀ ਸੀ ਜਿਸ ਵਿੱਚ PHL-2JX ਲਿਖਿਆ ਹੋਇਆ ਸੀ, ਪਰ ਫਲਾਈਟ ਤੇ ਚੜ੍ਹਨ ਤੋਂ ਪਹਿਲਾਂ ਉਹ ਬਾਥਰੂਮ ਚਲੀ ਗਈ। ਜਦੋਂ ਪਰਤੀ ਤਾਂ ਬੋਰਡਿੰਗ ਕੋਲ ਚੈੱਕ ਕਰ ਰਹੇ ਵਿਅਕਤੀ ਨੇ ਉਸ ਨੂੰ ਜਲਦੀ ਵਿੱਚ ਦੂਜੀ ਫਲਾਈਟ ਵਿੱਚ ਬਿਠਾ ਦਿੱਤਾ। ਐਲਿਸ ਨੇ ਦਾਅਵਾ ਕੀਤਾ ਕਿ ਐਂਟਰੀ ਗੇਟ ਚੇਂਜ ਹੋਣ ਕਾਰਨ ਉਹ ਫਲੋਰੀਡਾ ਦੇ ਜੈਕਸਨਵਿਲੇ ਦੀ ਬਜਾਏ ਜਮੈਕਾ ਪਹੁੰਚ ਗਈ। ਬਕੌਲ ਐਲਿਸ, ਮੈਂ ਪਿੱਠ ਦੀ ਸਰਜਰੀ ਤੋਂ ਉੱਭਰ ਰਹੀ ਹਾਂ। ਉਹ ਕਹਿੰਦੀ ਹੈ, ਮੈਨੂੰ ਦੇਖ ਕੇ ਏਅਰਲਾਈਨ ਮੁਲਾਜ਼ਮ ਨੇ ਸਿੱਧੇ ਸੀਟ ਤੇ ਬਿਠਾ ਦਿੱਤਾ। ਜਲਦੀ ਵਿੱਚ ਉਸਨੇ ਬੋਰਡਿੰਗ ਪਾਸ ਚੈੱਕ ਕੀਤਾ ਸੀ। ਟੇਕ ਆਫ ਦੇ ਬਾਅਦ ਪਤਾ ਲੱਗਾ ਕਿ ਗਲਤ ਫਲਾਈਟ ਵਿੱਚ ਬੈਠੀ ਹਾਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਅਦ ਵਿੱਚ ਫਲਾਈਟ ਅਟੈਂਡੈਂਟ ਦੀ ਮਦਦ ਦੇ ਨਾਲ ਜਮੈਕਾ ਦੇ 에ਅਰਪੋਰਟ ਤੇ ਉਤਰੀ ਤੇ ਉੱਥੋਂ ਦੂਜੀ ਫਲਾਈਟ ਲੈ ਕੇ ਵਾਪਸ ਅਮਰੀਕਾ ਆਈ। ਚਾਈਨਾ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਰਾਜਦੂਤ ਨੂੰ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ 'ਚ ਆਏ ਨਿਗਾਰ ਦੇ ਲਈ ਵਾਸ਼ਿੰਗਟਨ ਜ਼ਿੰਮੇਵਾਰ ਹੈ ਤੇ ਰਿਸ਼ਤਿਆਂ ਦੇ ਮੁੜ ਚੰਗੇ ਰਾਹ ਪੈਣ ਤੋਂ ਪਹਿਲਾਂ ਅਮਰੀਕਾ ਨੂੰ ਇਸ ਤੇ ਡੂੰਘਾ ਚਿੰਤਨ ਕਰਨਾ ਚਾਹੀਦਾ ਹੈ। ਕਿਨ ਗੈਂਗ ਦੀਆਂ ਟਿੱਪਣੀਆਂ ਦੋਵੇਂ ਮੁਲਕਾਂ ਵਿਚਾਲੇ ਵੱਖ-ਵੱਖ ਮੁੱਦਿਆਂ ਉੱਤੇ ਹੋਣ ਵਾਲੇ ਗੰਭੀਰ ਸੰਵਾਦ ਦੇ ਰੱਦ ਹੋਣ ਤੋਂ ਬਾਅਦ ਆਈਆਂ ਨੇ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਟਕਰਾਅ ਵਧਿਆ ਹੋਇਆ ਹੈ। ਦਰਾਮਦ ਟੈਕਸਟ, ਵਾਸ਼ਿੰਗਟਨ ਵੱਲੋਂ ਚਾਈਨਾ ਨੂੰ ਨਵੀਂ ਤਕਨੀਕ ਤੋਂ ਲਾਂਭੇ ਕਰਨ ਦੇ ਯਤਨ, ਚਾਈਨਾ ਵੱਲੋਂ ਤਾਇਵਾਨ ਅਤੇ ਸਮੁੰਦਰੀ ਖੇਤਰਾਂ ਉੱਤੇ ਕੀਤੇ ਜਾ ਰਹੇ ਦਾਅਵੇ ਟਕਰਾਅ ਦਾ ਕਾਰਨ ਬਣ ਰਹੇ ਨੇ। ਚਾਈਨਾ ਦੇ ਵਿਦੇਸ਼ ਮੰਤਰਾਲਾ ਨੇ ਕਿਨ ਦੇ ਬਿਆਨ ਦਾ ਹਵਾਲਾ ਦਿੰਦਿਆਂ ਰਾਜਦੂਤ ਨਿਕੋਲਸ ਵਰਨਜ਼ ਨੂੰ ਦੱਸਿਆ ਕਿ ਅਮਰੀਕਾ ਦੇ ਗਲਤ ਸ਼ਬਦਾਂ ਤੇ ਕੰਮਾਂ ਤੇ ਕਈ ਵਾਰ ਬੜੀ ਮੁਸ਼ਕਲ ਦੇ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ 'ਚ ਆ ਰਹੇ ਸੁਧਾਰ ਨੂੰ ਵਿਗਾੜ ਦਿੱਤਾ। ਉਹ ਨਵੰਬਰ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਚਾਈਨਾ ਦੇ ਆਗੂ ਸ਼ੀ ਜਿਨਪਿੰਗ ਦੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਸਨ। ਚਾਈਨਾ ਨੇ ਕਿਹਾ ਕਿ ਅਮਰੀਕਾ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ, ਚਾਈਨਾ ਨਾਲ ਰਾਬਤਾ ਕਰਨਾ ਚਾਹੀਦਾ ਹੈ ਤੇ ਚਾਈਨਾ ਅਮਰੀਕਾ ਦੇ ਰਿਸ਼ਤਿਆਂ ਨੂੰ ਮੁਸ਼ਕਲਾਂ ਵਿੱਚੋਂ ਕੱਢ ਕੇ ਸਹੀ ਰਸਤੇ ਉੱਪਰ ਪਾਉਣਾ ਚਾਹੀਦਾ ਹੈ। ਕਿਨ ਗੈਂਗ ਨੇ ਕਿਹਾ ਕਿ ਅਮਰੀਕਾ ਨੂੰ ਚਾਈਨਾ ਬਾਰੇ ਆਪਣੀ ਸਮਝ ਨੂੰ ਸਹੀ ਕਰਨਾ ਚਾਹੀਦਾ ਹੈ ਤੋਂ ਤਰਕਸੰਗਤ ਪਹੁੰਚ ਵੱਲ ਪਰਤਣਾ ਚਾਹੀਦਾ ਹੈ। ਕਿੰਗ ਨੇ ਆਪਣਾ ਪਹਿਲਾ ਇਲਜ਼ਾਮ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਚਾਈਨਾ ਨੂੰ ਕਾਬੂ 'ਚ ਰੱਖਣ ਤੇ ਦਬਾਅ ਬਣਾਉਣ ਦਾ ਯਤਨ ਕਰਦਾ ਹੈ। ਵਿਦੇਸ਼ ਮੰਤਰੀ ਨੇ ਨਾਲ ਹੀ ਕਿਹਾ ਕਿ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਦੇ ਹੋਰ ਵਿਗੜਨ ਤੋਂ ਪਹਿਲਾਂ ਕਦਮ ਚੁੱਕਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਚਾਈਨਾ ਦੀ ਪ੍ਰਭੂਸੱਤਾ, ਸੁਰੱਖਿਆ ਤੇ ਵਿਕਾਸ ਦੇ ਹਿੱਤਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇੱਕ ਬੇਘਰ ਔਰਤ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਇੱਕ ਪਲ ਦੇ ਵਿੱਚ 40 ਕਰੋੜ ਦੀ ਮਾਲਕ ਬਣ ਗਈ। ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਇੱਕ ਔਰਤ ਦੀ, ਲੂਸੀਆ ਨਾਂ ਦੀ। ਇਸ ਔਰਤ ਨੇ ਹਾਲ ਹੀ ਦੇ ਵਿੱਚ $5 ਮਿਲੀਅਨ ਯਾਨੀ ਕਿ ਲਗਭਗ 40.91 ਕਰੋੜ ਰੁਪਏ ਦੀ ਲੋਟਰੀ ਜਿੱਤੀ ਹੈ। ਇਸ ਨਾਲ ਉਹ ਇੰਨਾ ਵੱਡਾ ਜੈਕਪਾਟ ਜਿੱਤਣ ਵਾਲੇ ਦੁਨੀਆ ਦੇ ਕੁਝ ਲੋਕਾਂ 'ਚ ਇੱਕ ਬਣ ਗਈ ਹੈ। ਜਦੋਂ ਕੈਲੀਫੋਰਨੀਆ ਲੋਟਰੀ ਅਧਿਕਾਰੀਆਂ ਨੇ ਉਸ ਦੇ ਨਾਂ ਦਾ ਐਲਾਨ ਕੀਤਾ ਤਾਂ ਉਹ ਫੁੱਟ ਕੇ ਰੋਣ ਲੱਗੀ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ ਲੂਸੀਆ 2017 ਤੋਂ ਬੇਘਰ ਸੀ ਅਤੇ ਇੱਥੇ ਉਹ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸੀ। ਜਦੋਂ ਉਹਨਾਂ ਨੂੰ ਇਨਾਮ ਲੈਣ ਦੇ ਲਈ ਬੁਲਾਇਆ ਗਿਆ ਤਾਂ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ। ਲੂਸੀਆ ਨੇ ਕਿਹਾ, ਜਦੋਂ ਮੈਂ 6 ਸਾਲ ਪਹਿਲਾਂ ਬੇਘਰ ਹੋਈ ਸੀ ਤਾਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਕਿ ਮੇਰੇ ਵਰਗੇ ਇਨਸਾਨ ਦੇ ਨਾਲ ਅਜਿਹਾ ਹੋਏਗਾ, ਪਰ ਸਰਵ ਸ਼ਕਤੀਮਾਨ ਸਭ ਕੁਝ ਦੇਖਦਾ ਹੈ। ਲੂਸੀਆ ਨੇ ਦੱਸਿਆ ਕਿ ਮੇਰੇ ਕੋਲ ਪੈਸੇ ਨਹੀਂ ਸਨ, ਮੈਂ ਲੋਟਰੀ ਆਦਿ ਵਿੱਚ ਪੈਸਾ ਲਗਾਉਣਾ ਠੀਕ ਨਹੀਂ ਸਮਝਿਆ, ਪਰ ਇੱਕ ਦਿਨ ਅਚਾਨਕ ਮਹਿਸੂਸ ਹੋਇਆ ਕਿ ਲੋਟਰੀ ਦੀ ਟਿਕਟ ਲੈਣੀ ਚਾਹੀਦੀ ਹੈ, ਸ਼ਾਇਦ ਕਿਸਮਤ ਖੁੱਲ ਜਾਏ। ਉਸਨੇ ਕਿਹਾ ਫਿਰ ਦੁਕਾਨ ਉੱਤੇ ਜਾ ਕੇ ਆਪਣੀਆਂ ਅੱਖਾਂ ਬੰਦ ਕਰਕੇ ਟਿਕਟ ਲਈ। ਬਾਅਦ ਵਿੱਚ ਪਤਾ ਲੱਗਾ ਕਿ ਉਹ ਲੱਕੀ ਵਿਨਰ ਹੈ। ਲੂਸੀਆ ਹੁਣ ਇਸ ਪੈਸੇ ਨਾਲ ਪਹਿਲਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਬਾਅਦ ਵਿਆਹ ਕਰਨ ਦਾ ਇਰਾਦਾ ਹੈ। ਉਹ ਵੀ ਲਾੜੇ ਦੀ ਤਲਾਸ਼ ਕਰ ਰਹੀ ਹੈ। ਹਾਲਾਂਕਿ ਇਸ ਤੋਂ ਇਲਾਵਾ ਲੋਟਰੀ ਅਧਿਕਾਰੀਆਂ ਨੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਵਿਦੇਸ਼ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਸ਼ੌਕੀਨਾਂ ਨੂੰ ਵੀਜ਼ਾ ਪ੍ਰੋਸੈਸਿੰਗ ਦੇ ਲਈ ਆਪਣੀ ਜਾਇਦਾਦ ਦੇ ਨੈਟ ਵਰਥ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਕਿਸੇ ਪਰਿਵਾਰ ਦੀ ਚੱਲ ਅਤੇ ਚਲ ਜਾਇਦਾਦ ਵਿੱਚ ਇੱਕ ਚਾਰਟਰਡ ਅਕਾਊਂਟੈਂਟ ਦੇ ਦੁਆਰਾ ਨੈਟ ਵਰਥ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਦਕਿ ਮੁੱਲ ਦੀ ਜਾਇਦਾਦ ਦੀ ਮਾਰਕੀਟ ਕੀਮਤ ਦੀ ਰਿਪੋਰਟ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇੱਕ ਸਰਟੀਫਿਕੇਟ ਵਿੱਚ ਸ਼ੁਰੂ ਹੋਣ ਵਾਲੇ ਚੱਲ ਅਤੇ ਚਲ ਜਾਇਦਾਦ ਦੀ ਅਸੈਸਟ ਦੀ ਜਾਣਕਾਰੀ ਦੇਣੀ ਹੈ। ਇਹਨਾਂ ਨੂੰ ਲੈ ਕੇ ਬਹੁਤ ਜਾਗਰੂਕਤਾ ਹੈ, ਖਾਸ ਕਰਕੇ ਇਸ ਪੰਬਲ ਪੁਸਤੇ ਵਿੱਚ ਮੁਲਾਜ਼ਮ ਵਰਗ ਅਤੇ ਕਿਸਾਨ ਪਰੇਸ਼ਾਨ ਹੁੰਦੇ ਨੇ ਕਿ ਇਸ ਵਿੱਚ ਕਿਹੜੀਆਂ ਅਚਲ ਜਾਇਦਾਦਾਂ ਸ਼ਾਮਲ ਹੁੰਦੀਆਂ ਨੇ। ਸ਼ਹਿਰ ਦੇ ਚਾਰਟਰਡ ਅਕਾਊਂਟੈਂਟ ਨੂੰ ਲੋਕ ਜਾਣਕਾਰੀ ਦੀ ਘਾਟ ਕਾਰਨ ਪੂਰੀ ਜਾਣਕਾਰੀ ਨਹੀਂ ਦਿੰਦੇ, ਜਿਸ ਕਾਰਨ ਉਹਨਾਂ ਦੀ ਆਰਥਿਕ ਪ੍ਰੋਫਾਈਲ ਵੀ ਸਹੀ ਨਹੀਂ ਬਣ ਪਾਉਂਦੀ। ਸਿਟੀ ਦੇ ਚਾਰਟਰਡ ਅਕਾਊਂਟੈਂਟ ਨੇ ਰਕਮ ਦੀ ਜਾਣਕਾਰੀ ਦਿੱਤੀ ਹੈ। ਵੀਜ਼ਾ ਪ੍ਰਕਿਰਿਆ ਲਈ ਲੋੜੀਂਦਾ ਨੈਟ ਵਰਥ ਸਰਟੀਫਿਕੇਟ ਦੀ ਲੋੜ ਚਾਰਟਰਡ ਅਕਾਊਂਟੈਂਟ ਦੇ ਦੁਆਰਾ ਤਿਆਰ ਕੀਤੇ ਅਤੇ ਹਸਤਾਖਰ ਇੱਕ ਸਰਟੀਫਿਕੇਟ ਹੁੰਦਾ ਹੈ। ਇਸ ਵਿੱਚ ਕਿਸੇ ਵਿਅਕਤੀ ਦੀ ਚੱਲ ਅਤੇ ਚਲ ਜਾਇਦਾਦ ਅਤੇ ਦੇਣਦਾਰੀਆਂ ਸ਼ਾਮਲ ਹੁੰਦੀਆਂ ਨੇ। ਨੈਟ ਵਰਥ ਸਰਟੀਫਿਕੇਟ ਦੇ ਲਈ ਆਰਕੀਟੈਕਟ ਅਤੇ ਸਿਵਲ ਇੰਜੀਨੀਅਰ ਦੁਆਰਾ ਜਾਇਦਾਦ ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਸ ਕਾਰਨ ਜ਼ਮੀਨ ਅਤੇ ਇਮਾਰਤ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਹ ਮੁਲਾਂਕਣ ਰਿਪੋਰਟ ਵੱਧ ਤੋਂ ਵੱਧ ਜਾਂ 1-2 ਮਹੀਨੇ ਪੁਰਾਣਾ ਹੋ ਸਕਦਾ ਹੈ। ਸਟੂਡੈਂਟ ਵੀਜ਼ਾ ਲਈ ਮਾਤਾ ਪਿਤਾ ਦੇ ਨਾਂ ਅਤੇ ਆਉਣ ਵਾਲੀ ਜਾਇਦਾਦ ਅਤੇ ਬੈਂਕ ਬੈਲੈਂਸ ਨੂੰ ਸ਼ਾਮਲ ਕਰ ਸਕਦੇ ਹੋ। ਟੈਕਸਾਸ ਵਿੱਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਵਿੱਚ ਜਾਣਕਾਰੀ ਦਿੱਤੀ ਗਈ। ਇੱਕ ਨਿੱਜੀ ਟੀਵੀ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਸਿਰੀ ਰੈਡੀ ਦੇ ਸਕੂਲ ਵਿੱਚ ਨਾ ਮਿਲਣ ਤੇ ਉਸ ਦੀ ਮਾਂ ਨੇ ਉਸ ਦਾ ਫੋਨ ਟਰੈਕ ਕੀਤਾ ਤਾਂ ਸਿਰੀ ਰੈਡੀ ਦੀ ਲਾਸ਼ ਆਸਟਿਨ ਦੇ ਇੱਕ ਸਟੇਡੀਅਮ ਦੇ ਨੇੜੇ ਇੱਕ ਚਟਾਨ ਦੇ ਹੇਠਾਂ ਪਈ ਮਿਲੀ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਦੇ ਅਨੁਸਾਰ ਅਜਿਹਾ ਲੱਗ ਰਿਹਾ ਹੈ ਕਿ ਉਹ ਚਟਾਨ ਤੋਂ ਡਿੱਗ ਗਈ ਅਤੇ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਸਥਾਨ ਤੇ ਕਿਉਂ ਸੀ। ਸੈਨ ਐਂਟੋਨੀਓ ਐਕਸਪ੍ਰੈਸ ਅਖਬਾਰ ਦੇ ਮੁਤਾਬਕ ਉਸ ਦੀ ਮਾਂ ਉਸ ਨੂੰ ਲੈਣ ਦੇ ਲਈ ਸਕੂਲ ਗਈ ਸੀ। ਜਦੋਂ ਉਹ ਉੱਥੇ ਨਾ ਮਿਲੀ ਤਾਂ ਉਸ ਦੀ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਮਗਰੋਂ ਫੋਨ ਦੀ ਲੋਕੇਸ਼ਨ ਰਾਹੀਂ ਸਿਰੀ ਰੈਡੀ ਦਾ ਪਤਾ ਲਗਾਇਆ ਗਿਆ। ਮੌਕੇ ਤੇ ਪਹੁੰਚੇ ਐਮਰਜੈਂਸੀ ਮੈਡੀਕਲ ਕਰਮਚਾਰੀ ਉਸ ਨੂੰ ਬਚਾਉਣ 'ਚ ਅਸਮਰੱਥ ਰਹੇ। ਇੰਗਲੈਂਡ ਦੇ ਕਿੰਗ ਚਾਰਲਸ ਦੀ ਤਾਜਪੋਸ਼ੀ ਤੋਂ ਬਾਅਦ ਹੁਣ ਕੈਨੇਡਾ ਦੇ $20 ਦੇ ਨੋਟ ਅਤੇ ਸਿੱਕਿਆਂ ਤੇ ਵੀ ਚਾਰਲਸ ਦੀਆਂ ਤਸਵੀਰਾਂ ਨਜ਼ਰ ਆਉਣਗੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਦੀ ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਫੈਡਰਲ ਸਰਕਾਰ ਨੇ ਬੈਂਕ ਆਫ ਕੈਨੇਡਾ ਨੂੰ ਅਗਲੇ ਡਿਜ਼ਾਈਨ ਦੀ ਪ੍ਰਕਿਰਿਆ 'ਚ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਦੀ ਜਗ੍ਹਾ ਕਿੰਗ ਚਾਰਲਸ ਦੀ ਤਸਵੀਰ ਸ਼ਾਮਲ ਕਰਨ ਦੇ ਲਈ ਕਿਹਾ ਹੈ। ਇਸੇ ਤਰ੍ਹਾਂ ਰਾਇਲ ਕੈਨੇਡੀਅਨ ਮਿੰਟ ਨੂੰ ਕਿੰਗ ਚਾਰਲਸ ਦੀ ਤਸਵੀਰ ਦਰਸਾਉਂਦੇ ਸਿੱਕੇ ਡਿਜ਼ਾਈਨ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ਪੋਸਟ ਨੇ ਕਿੰਗ ਚਾਰਲਸ ਦੀ ਤਸਵੀਰ ਵਾਲੀ ਆਪਣੀ ਸਟੈਂਪ ਜਾਰੀ ਕਰ ਦਿੱਤੀ ਹੈ। ਯਾਦ ਰਹੇ ਕਿ ਕੈਨੇਡੀਅਨ ਰਾਜ ਪ੍ਰਮੁੱਖ ਦੀ ਤਸਵੀਰ ਦੀ ਨਿਸ਼ਚਿਤ ਸਟੈਂਪ ਜਾਰੀ ਕਰਨਾ ਕੈਨੇਡਾ ਪੋਸਟ ਦੀ 170 ਸਾਲ ਪੁਰਾਣੀ ਪਰੰਪਰਾ ਹੈ। ਬੈਂਕ ਆਫ ਕੈਨੇਡਾ ਵੱਲੋਂ ਨੋਟ ਛਾਪਣ ਦਾ ਕੰਮ 1935 ਅਤੇ ਰਾਇਲ ਮਿੰਟ ਵੱਲੋਂ ਸਿੱਕੇ ਤਿਆਰ ਕਰਨ ਦਾ ਕੰਮ 1908 ਵਿੱਚ ਸ਼ੁਰੂ ਕੀਤਾ ਗਿਆ ਅਤੇ ਉਦੋਂ ਤੋਂ ਹੀ ਕੈਨੇਡਾ ਦੇ ਮੌਜੂਦਾ ਰਾਜੇ ਦੀ ਤਸਵੀਰ ਕਰੰਸੀ ਉੱਪਰ ਛਪਦੀ ਰਹੀ ਹੈ। ਕੈਨੇਡਾ ਸਰਕਾਰ ਅਜੇ ਇਲੈਕਟੋਰਲ ਸੁਧਾਰਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਗੀ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਜ਼ਿਆਦਾ ਤਰਜੀਹ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਪਾਰਟੀ ਮੈਂਬਰਸ਼ਿਪ ਵੱਲੋਂ ਇਸ ਮੁੱਦੇ ਦੀ ਜਾਂਚ ਨੈਸ਼ਨਲ ਕੌਂਸਲ ਤੋਂ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਚੀਨ ਵਿਚਾਲੇ ਇੱਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੋਮਵਾਰ ਨੂੰ ਇੱਕ ਚੀਨੀ ਡਿਪਲੋਮੈਟ ਨੂੰ ਦੇਸ਼ ਚੋਂ ਕੱਢਣ ਦਾ ਫੈਸਲਾ ਲਿਆ, ਜਿਸ ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਦੋਸ਼ ਲਗਾਇਆ ਕਿ ਉਹ ਹਾਂਗਕਾਂਗ ਵਿੱਚ ਇੱਕ ਵਿਰੋਧੀ ਸੰਸਦ ਮੈਂਬਰਾਂ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ। ਜਾਣਕਾਰੀ ਦੇ ਮੁਤਾਬਕ ਇਹ ਤਣਾਅ ਉਦੋਂ ਪੈਦਾ ਹੋਇਆ ਜਦੋਂ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਕੈਨੇਡੀਅਨ ਸੰਸਦ ਮੈਂਬਰ ਨੂੰ ਧਮਕੀ ਦੇਣ ਦੇ ਦੋਸ਼ੀ ਚੀਨੀ ਡਿਪਲੋਮੈਟ ਨੂੰ ਕੱਢਣ ਦਾ ਫੈਸਲਾ ਲਿਆ ਗਿਆ। ਇਸ ਦੇ ਗੁੱਸੇ ਵਿੱਚ ਆਏ ਡਰੈਗਨ ਨੇ ਕੈਨੇਡਾ ਤੇ ਜਵਾਬੀ ਕਾਰਵਾਈ ਕਰਨ ਦੀ ਸਹੁੰ ਖਾਧੀ। ਕਿਹਾ ਜਾ ਰਿਹਾ ਕਿ ਚੀਨੀ ਦੂਤਘਰ ਨੇ ਕੈਨੇਡਾ ਤੋਂ ਬਦਲਾ ਲੈਣ ਦੀ ਕਸਮ ਖਾਧੀ ਹੈ। ਕੈਨੇਡਾ ਨੇ ਇੱਕ ਖੁਫੀਆ ਰਿਪੋਰਟ ਤੋਂ ਬਾਅਦ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਚੀਨੀ ਡਿਪਲੋਮੈਟ ਤੇ ਰਾਜਨੀਤਿਕ ਦਖਲਅੰਦਾਜ਼ੀ ਅਤੇ ਕੈਨੇਡੀਅਨ ਸੰਸਦ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਹਾਲਾਂਕਿ ਚਾਈਨਾ ਨੇ ਇੱਕ ਦਿਨ ਪਹਿਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਸੀ, ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਜਵਾਬੀ ਕਾਰਵਾਈ ਕਰਨ ਦੇ ਮੂਡ ਵਿੱਚ ਹੈ। ਕਿਹਾ ਜਾ ਰਿਹਾ ਕਿ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸੰਬੰਧ ਹੋਰ ਵਿਗੜ ਸਕਦੇ ਨੇ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਟੋਰਾਂਟੋ ਸਥਿਤ ਚੀਨੀ ਡਿਪਲੋਮੈਟ ਝਾਓ ਵੇਈ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ।
ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆਂ 'ਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ-ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੈਨੇਡਾ ਵਿੱਚ ਡਿਪਲੋਮੈਟਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਅਜਿਹਾ ਵਿਵਹਾਰ ਕੀਤਾ ਤਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਏਗਾ। ਖੁਫੀਆ ਸੇਵਾ ਦੇ ਅਨੁਸਾਰ ਚਾਈਨਾ ਨੇ 2019 ਅਤੇ 2021 ਦੇ ਵਿੱਚ ਕੈਨੇਡੀਅਨ ਫੈਡਰਲ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਈਕਲ ਚੌਂਗ ਵਾਰ-ਵਾਰ ਚਾਓ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਿਹਾ ਸੀ। ਹਾਲਾਂਕਿ ਚਾਈਨਾ ਸਰਕਾਰ ਨੇ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣ ਦੇ ਦੋਸ਼ ਨੂੰ ਰੱਦ ਕਰ ਦਿੱਤਾ ਹੈ। ਚਾਈਨਾ ਦਾ ਕਹਿਣਾ ਹੈ ਕਿ ਉਸ ਦੀ ਅਜਿਹਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸੋਮਵਾਰ ਨੂੰ ਓਟਾਵਾ ਦੇ ਵਿੱਚ ਚੀਨੀ ਦੂਤਘਰ ਨੇ ਆਪਣੀ ਵੈਬਸਾਈਟ ਤੇ ਇੱਕ ਬਿਆਨ ਜਾਰੀ ਕਰਕੇ ਚਾਓ ਵੇਈ ਦੇ ਬਰਖਾਸਤਗੀ ਦੇ ਆਦੇਸ਼ ਦੀ ਨਿੰਦਾ ਕੀਤੀ। ਚਾਈਨਾ ਨੇ ਦੁਹਰਾਇਆ ਕਿ ਬੀਜਿੰਗ ਨੇ ਕਦੇ ਵੀ ਕੈਨੇਡਾ ਦੇ ਘਰੇਲੂ ਮਾਮਲਿਆਂ 'ਚ ਦਖਲ ਨਹੀਂ ਦਿੱਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ।